जो प्यारी जो हर सेवहि संत भगत तिनके सब पाप निवारी। हम ऊपर कृपा कर स्वामी रख संगत तुम जो प्यारी। हर गुण कह ना सको बनवारी। हम पापी पाथर नीर डुबत कर कृपा पाखन हम तारी। रहाओ जन्म जन्म के लागे बिख मोरचा लग संगत साध सवारी। ज्यों कंचन बैसंतर तायो मल काटी कटत उतारी। हर हर जपन जपो दिन राती जप हर 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 उर तारी। हर 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 औखद जग पूरा जप हर हर हो मैं मारी। हर हर अगम अगाध बोध अपरंपर पुरख अपारी। जन को कृपा करो जग जीवन जन नानक पैज सवारी। हर हर अगम अगाध बोध अपरंपर पुरख अपारी। जन को कृपा करो जग जीवन जन नानक पैज सवारी। वाहिगुरु जी का खालसा वाहिगुरु जी की फतेह। गुर ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਦੇ ਮਾਲਕ ਛਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਨ ਕਰਨਾ ਕੀਤਾ ਹੈ। ਆਓ ਸਾਹਿਬ ਦੀ ਰਹਿਮਤ ਬਖਸ਼ਿਸ਼ ਦੇ ਲਈ ਅਰਦਾਸ ਕਰੀਏ। ਮਾਲਕ ਕਿਰਪਾਲਤਾ ਕਰਿਓ। ਇਹ ਹੁਕਮ ਜ਼ਿੰਦਗੀ ਸਵਾਰਨ ਵਾਲਾ ਹੈ। ਇਹ ਹੁਕਮ ਭਟਕਿਆਂ ਨੂੰ ਰਾਹੇ ਪਾਉਣ ਵਾਲਾ ਹੈ। ਇਹ ਆਪ ਜੀ ਦਾ ਫਰਮਾਨ ਮੇਰੀ ਜ਼ਿੰਦਗੀ ਨੂੰ ਵਾਹਿਗੁਰੂ ਜੀ ਨਾਲ ਮਿਲਾਉਣ ਵਾਲਾ ਹੈ। ਪਰ ਆਪ ਕਿਰਪਾਲਤਾ ਕਰ ਦਿਓ ਹੁਕਮ ਸੁਣ ਸਕਾਂ ਵਿਚਾਰ ਸਕਾਂ ਸਮਝ ਸਕਾਂ ਅਤੇ ਆਪਣੀ ਜ਼ਿੰਦਗੀ ਸ਼ਬਦ ਦੇ ਰਾਹੀਂ ਬਦਲ ਸਕਾਂ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰਦੇ ਹਾਂ। ਪਾਵਨ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ
ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ। ਜਿੱਥੇ ਰਾਗ ਗਾਇਆ ਜਾਂਦਾ ਹੈ ਉੱਥੇ ਨਾਲ ਤਾਲ ਵੀ ਵਜਾਇਆ ਜਾਂਦਾ ਹੈ ਤੇ ਤਾਲ ਦਾ ਸੰਬੰਧ ਪਹਿਲੇ ਕਰਨ ਨਾਲ ਹੈ। ਹਜ਼ੂਰ ਇਸ ਬੰਦ ਦੀ ਬੰਦਸ਼ ਉਹ ਵਰਣਨ ਕਰਦੇ ਨੇ। ਚੌਪਦੇ, ਜਦੋਂ ਦੁਪਦੇ ਸ਼ਬਦ ਆਉਂਦਾ ਹੈ ਦੋ ਬੰਦ ਵਾਲਾ, ਜਦੋਂ ਤਿਪਦੇ ਆਉਂਦਾ ਹੈ ਉੱਥੇ ਤਿੰਨ ਬੰਦ ਵਾਲਾ, ਜਦੋਂ ਚੌਪਦੇ ਆਉਂਦਾ ਹੈ ਉੱਥੇ ਚਾਰ ਬੰਦ ਵਾਲਾ। ਇਹ ਸ਼ਬਦ ਦਾ ਸਰਲੇਖ ਹਜ਼ੂਰ ਜੀ ਨੇ ਚੌਪਦੇ ਕਹਿ ਕੇ ਦਰਸਾਇਆ ਹੈ। ਨਾਲ ਸ਼ਬਦ ਦੇ ਆਰੰਭ ਕਰਦੇ ਹਾਂ ਉਸ ਕਰਤੇ ਦਾ ਜ਼ਿਕਰ ਕੀਤਾ ਹੈ, ਮੰਗਲਾਚਰਨ ਕੀਤਾ ਹੈ, ਆਰਾਧਨ ਕੀਤਾ ਹੈ। ਸੁਰਤ ਨੂੰ ਉਸ ਇੱਕ ਦੇ ਘਰ ਵਿੱਚ ਲੈ ਗਏ ਨੇ। ਇੱਕ ਓੰਕਾਰ, ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਉਹ ਇੱਕ ਹੈ। ਏਕਮ, ਮੈਂ ਬੇਨਤੀ ਕਰਾਂ, ਭਾਵੇਂ ਸਤਿਗੁਰੂ ਜੀ ਇਹ ਕਹਿੰਦੇ ਨੇ ਵੀ ਉਹ ਇੱਕ ਹੈ, ਪਰ ਥੋੜ੍ਹੀ ਗੱਲ ਸਮਝਿਓ, ਉਹ ਓੰਕਾਰ ਸਰੂਪ ਵੀ ਹੈ। ਤੇ ਓੰਕਾਰ ਸਰੂਪ ਦੇ ਭਾਵ ਨੇ ਉਹ ਅਨੇਕ ਆਕਾਰਾਂ ਨੂੰ ਬਣਾ ਕੇ ਆਪਾਂ ਅੰਦਰ ਟਿਕਾ ਕੇ ਫਿਰ ਉਹਨਾਂ ਨੂੰ ਸੰਭਾਲ ਕੇ ਚਲਾ ਕੇ ਇੱਕ ਦਿਨ ਆਪਣੇ ਵਿੱਚ ਸਮੋ ਲੈਂਦਾ। ਪਰ ਅਨੇਕਤਾ ਦੇ ਪਸਾਰੇ ਦੇ ਬਾਵਜੂਦ ਆਪ ਇੱਕ ਹੈ। ਹਜ਼ੂਰ ਕਹਿੰਦੇ ਨੇ ਜਾਣਨ ਲਈ, ਸਮਝਣ ਲਈ, ਮਿਲਣ ਲਈ, ਉਸ ਤੋਂ ਆਨੰਦ ਪ੍ਰਾਪਤ ਕਰਨ ਦੇ ਲਈ ਸਤਿਗੁਰ ਪ੍ਰਸਾਦ, ਸਤਿਗੁਰੂ ਦੇ ਪ੍ਰਸਾਦ ਕਹੀਏ, ਕਿਰਪਾ ਦੀ ਜ਼ਰੂਰਤ ਹੈ ਜੀ। ਜੋ ਹਰ ਸੇਵਹਿ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਇਸ ਸ਼ਬਦ ਵਿੱਚ ਹਜ਼ੂਰ ਕਹਿੰਦੇ ਨੇ ਜੋ ਹਰ ਸੇਵੈ, ਜਿਹੜੇ ਵੀ ਹਰੀ ਨੂੰ ਸੇਵਦੇ ਨੇ, ਤੇ ਸੇਵਹਿ ਦੇ ਅਰਥ ਨੇ ਉਸ ਦਾ ਸਿਮਰਨ ਕਰਨਾ, ਉਸ ਦੀ ਯਾਦ ਅੰਦਰ ਬਣਾਉਣੀ, ਉਸ ਦੇ ਨਾਲ ਆਪਣੇ ਆਪੇ ਨੂੰ ਜੋੜ ਦੇਣਾ, ਸੇਵਾ ਵੀ ਕਰਨੀ, ਸਿਮਰਨ ਵੀ ਕਰਨਾ, ਦਿਨ ਰਾਤ ਸੁਰਤ ਦੇ ਰਾਹੀਂ ਉਸ ਨੂੰ ਸੇਵਦੇ ਰਹਿਣਾ। ਹਜ਼ੂਰ ਦੇ ਇੱਕ ਪਾਵਨ ਬੋਲ ਧਿਆਨ ਚ ਲਿਓ। ਜਦੋਂ ਅਸੀਂ ਸੇਵਨ ਦੀ ਗੱਲ ਕਰਦੇ ਹਾਂ ਨਾ, ਜਿਵੇਂ ਆਮ ਇੱਕ ਭਾਸ਼ਾ ਦਾ ਸ਼ਬਦ ਹੈ ਵੀ ਇਸ ਨੇ ਭੋਜਨ ਸੇਵਨ ਕੀਤਾ, ਇਸ ਨੇ ਖੀਰ ਸੇਵਨ ਕੀਤੀ, ਇਸ ਨੇ ਦੁੱਧ ਸੇਵਨ ਕੀਤਾ। ਇਹ ਆਮ ਸਾਧੂਆਂ ਦੀ ਭਾਸ਼ਾ ਵਿੱਚ ਖਾਇਆ ਨਹੀਂ ਕਹਿੰਦੇ, ਉੱਥੇ ਸੇਵਨ ਕਰਨਾ ਕਹਿੰਦੇ ਨੇ। ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਭੋਜਨ ਸੇਵਨ ਕੀਤਾ, ਉਸ ਦਾ ਸਿਮਰਨ ਕੀਤਾ, ਤਿਨ ਕੇ ਸਭ ਪਾਪ ਨਿਵਾਰੀ। ਅੰਦਰ ਵਾਹਿਗੁਰੂ ਜੀ ਹੋਵਣਗੇ, ਸੁਰਤ ਵਿੱਚ ਨਿਰੰਕਾਰ ਜੀ ਵਸੇ ਹੋਵਣਗੇ, ਉੱਥੇ ਪਾਪਾਂ ਦੇ ਟਿਕਣ ਦੀ ਜਗ੍ਹਾ ਨਹੀਂ ਰਹਿ ਜਾਂਦੀ। ਉਹਨਾਂ ਦੇ ਸਾਰੇ ਪਾਪ ਨਿਵਾਰੀ ਦੇ ਅਰਥ ਨੇ ਦੂਰ ਹੋ ਜਾਂਦੇ ਨੇ, ਅੰਦਰ ਪਾਪ ਨਹੀਂ ਰਹਿੰਦੇ। ਕਿਉਂਕਿ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਉਹ ਇਹ ਸੇਵਨ ਸਾਹਿਬ ਆਪਣਾ, ਉਹ ਵਾਹਿਗੁਰੂ ਜੀ ਦੇ ਸਿਮਰਨ ਨੂੰ, ਬੰਦਗੀ ਨੂੰ ਆਪਣਾ ਜੀਵਨ ਦਾ ਭੋਜਨ ਬਣਾ ਲੈਂਦੇ ਨੇ।
ਬਿਨਸੈ ਸਭ ਮੰਦਾ। ਉਹਨਾਂ ਦੇ ਜੀਵਨ ਦਾ ਮੰਦਾਪਨ, ਭੈੜਾਪਨ, ਪਾਪਪਨ ਉਹ ਸਾਰਾ ਬਿਨਸ ਜਾਂਦਾ ਹੈ, ਕਿਉਂਕਿ ਵਾਹਿਗੁਰੂ ਦੇ ਸਿਮਰਨ ਕੀਤਿਆਂ ਅੰਦਰ ਦੀ ਸੁਰਤ ਵਿੱਚ ਨਾਮ ਵਸ ਜਾਂਦਾ ਹੈ, ਉੱਥੇ ਪਾਪ ਨਹੀਂ ਰਹਿੰਦੇ। ਹਾਂਜੀ। ਹਮੇ ਉਪਰ ਕਿਰਪਾ ਕਰ ਸੁਆਮੀ, ਰਖ ਸੰਗਤ ਤੁਮ ਜੋ ਪਿਆਰੀ। ਇਹ ਸੁਆਮੀ ਜੀ, ਇਹ ਸਾਡੇ ਮਾਲਕ ਵਾਹਿਗੁਰੂ ਜੀਓ, ਸਾਡੇ ਤੇ ਕਿਰਪਾ ਕਰ ਦਿਓ। ਮੈਂ ਇੱਕ ਬੇਨਤੀ ਕਰਾਂਗਾ, ਕਿਰਪਾ ਤੋਂ ਬਗੈਰ ਸੰਗਤ ਨਸੀਬ ਨਹੀਂ ਹੁੰਦੀ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ, ਰਖ ਸੰਗਤ ਤੁਮ ਜੋ ਪਿਆਰੀ। ਇਹ ਸਾਡੇ ਤੇ ਕਿਰਪਾ ਕਰ ਦਿਓ, ਮੈਂ ਸੰਗਤ ਵਿੱਚ ਜ਼ਿੰਦਗੀ ਬਤੀਤ ਕਰਾਂ, ਮੇਰੇ ਜੀਵਨ ਵਿੱਚ ਸੰਗਤ ਕਿਤੇ ਛੁਟਕ ਨਾ ਜਾਏ। ਇਹ ਸੰਗਤ ਆਪ ਜੀ ਨੂੰ ਬਹੁਤ ਪਿਆਰੀ ਲੱਗਦੀ ਹੈ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮੈਂ ਬੇਨਤੀ ਕਰਾਂ, ਜਿੱਥੇ ਸਾਧ ਸੰਗਤ ਹੈ, ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਇਹ ਬੈਕੁੰਠ ਹੈ, ਇੱਥੇ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੱਥੇ ਰੱਬ ਦੀ ਸਿਫਤੋ ਸਲਾਹ, ਜਿੱਥੇ ਨਾਮ ਸਿਮਰਨ, ਜਿੱਥੇ ਰੱਬ ਦੀ ਮਹਿਮਾ ਗਾਈ ਜਾਂਦੀ ਹੈ, ਐਸੀ ਸੰਗਤ ਵਿੱਚ ਸਾਨੂੰ ਰੱਖੀ ਰੱਖਣਾ। ਇਹ ਸੰਗਤ ਤੋਂ ਛੁਟਕ ਨਾ ਜਾਈਏ, ਸੰਗਤ ਤੋਂ ਵਿਛੜ ਨਾ ਜਾਈਏ। ਮੈਂ ਬੇਨਤੀ ਕਰਦੇ ਹਾਂ, ਸੰਗਤ ਵਿੱਚ ਆਉਣ ਵਾਲਾ ਰੋਜ਼ ਗੁਰੂ ਨੂੰ ਮਿਲਿਆ ਰਹਿੰਦਾ ਹੈ। ਸੰਗਤ ਵਿੱਚ ਆਉਣ ਵਾਲਾ ਸਿਮਰਨ ਅਭਿਆਸੀਆਂ ਦੇ ਦਾਇਰੇ ਵਿੱਚ ਰਹਿੰਦਾ ਹੈ। ਸੰਗਤ ਵਿੱਚ ਆਉਣ ਵਾਲਾ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਸਮਝਦਾ ਰਹਿੰਦਾ ਹੈ। ਤੇ ਹਜੂਰ ਬਾਣੀ ਵਿੱਚ ਭਗਤ ਬਾਣੀ ਦੇ ਬੋਲਾਂ ਰਾਹੀਂ ਇੱਕ ਗੱਲ ਹੋਰ ਸਮਝਾਉਂਦੇ ਨੇ, ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀਐ ਮਾਧੋ, ਜੈਸੇ ਮਦਪ ਮਖੀਰਾ। ਜਿਵੇਂ ਸ਼ਹਿਦ ਦੀ ਮੱਖੀ, ਮਦਪ ਜਿਵੇਂ ਸ਼ਹਿਦ ਦੀ ਮੱਖੀ, ਮਖੀਰਾ ਆਪਣਾ ਛੱਤਾ ਨਹੀਂ ਛੱਡਦੀ। ਮੈਂ ਬੇਨਤੀ ਕਰਾਂ, ਉਹ ਲੱਗਦੀ ਵਾਹ, ਉਸ ਛੱਤੇ ਨੂੰ ਛੇੜਨ ਵੀ ਨਹੀਂ ਦਿੰਦੀ। ਇਹ ਹਕੀਕਤ ਹੈ, ਜਿਵੇਂ ਸ਼ਹਿਦ ਦੀ ਮੱਖੀ ਨੂੰ ਆਪਣਾ ਮਿਠਾਸ ਦਾ ਛੱਤਾ ਪਿਆਰਾ ਹੈ, ਉਸ ਵਿੱਚ ਜੁੜੀ ਰਹਿੰਦੀ। ਮਾਲਕ ਮੈਨੂੰ ਸੰਗਤ ਵੀ ਸ਼ਹਿਦ ਦੇ ਮੱਖੇ ਦੀ ਤਰ੍ਹਾਂ ਲੱਗਦੀ ਏ, ਮੈਨੂੰ ਇਸ ਨਾਲ ਜੋੜੀ ਰੱਖਿਓ। ਚੂੰਕਿ ਤੁਮ ਮਖਤੂਲ, ਤੁਸੀਂ ਰੇਸ਼ਮ ਵਰਗੇ ਹੋ, ਸੁਪੇਦ ਤੁਸੀਂ ਚਿੱਟੇ ਹੋ। ਮੈਂ ਬੇਨਤੀ ਕਰਾਂ, ਸਪੀਅਲ ਤੁਸੀਂ ਦੁੱਧ ਜੈਸੇ ਹੋ। ਤੁਮ ਮਖਤੂਲ ਸੁਪੇਦ ਸਪੀਅਲ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਨੇ ਸਪੀਅਲ ਦਾ ਅਰਥ ਚਿੱਟੇ ਦੁੱਧ ਨੂੰ ਸੰਬੋਧਨ ਕਰਕੇ ਇਹ ਸੰਸਕ੍ਰਿਤ ਭਾਸ਼ਾ ਨੂੰ ਵਰਣਨ ਕੀਤਾ ਹੈ। ਤੁਮ ਮਖਤੂਲ ਸੁਪੇਦ ਸਪੀਅਲ। ਪਾਤਸ਼ਾਹ ਆਪ ਤੇ ਰੇਸ਼ਮ ਦੀ ਤਰ੍ਹਾਂ ਮੁਲਾਇਮ ਵੀ ਹੋ, ਕੱਪੜਾ ਤੇ ਭਾਵੇਂ ਉਹਨਾਂ ਦਾ ਵੀ ਹੁੰਦਾ ਹੈ, ਪਰ ਸਰੀਰ ਨੂੰ ਚੁੱਭਦਾ ਹੈ, ਉਹ ਮੁਲਾਇਮਤਾ ਹੀ ਨਹੀਂ ਦਿੰਦਾ। ਇੱਥੇ ਤਸ਼ਬੀਹ ਦਿੰਦਿਆਂ, ਪ੍ਰਮਾਣ ਦਿੰਦਿਆਂ ਰੇਸ਼ਮ ਦੇ ਬਸਤਰ ਦੀ ਗੱਲ ਕੀਤੀ ਹੈ। ਜਿਵੇਂ ਰੇਸ਼ਮ ਦਾ ਬਸਤਰ ਬਹੁਤ ਮੁਲਾਇਮ ਹੈ। ਮੈਂ ਬੇਨਤੀ ਕਰਾਂ, ਜਿਵੇਂ ਦੁੱਧ ਬਹੁਤ ਚਿੱਟਾ ਹੈ, ਮਾਲਕ ਇੰਜ ਆਪ ਜੀ ਦਾ ਸੰਗ ਮਿਲ ਜਾਏ, ਜ਼ਿੰਦਗੀ ਸ਼ਾਂਤ ਅਵਸਥਾ ਵਿੱਚ ਬੀਤ ਜਾਂਦੀ ਹੈ, ਜ਼ਿੰਦਗੀ ਦੀ ਕਾਲਖ ਨਿਵਰਤ ਹੋ ਜਾਂਦੀ ਹੈ। ਹਮ ਬਪਰੇ, ਅਸੀਂ ਵਿਚਾਰੇ ਜਸ ਕੀਰਾ। ਜਸ ਯਾਨੀ ਜੈਸੇ, ਕੀਰਾ ਦੇ ਇੱਥੇ ਅਰਥ ਨੇ ਜਿਵੇਂ ਕੀਰਾਨ ਪੱਥਰ ਹੁੰਦਾ ਹੈ, ਕਾਲਾ ਪੱਥਰ, ਉਸ ਪੱਥਰ ਦੀ ਕਿਸਮ ਦਾ ਨਾਮ ਹੈ ਕੀਰਾਨ ਪੱਥਰ। ਉੱਥੇ ਕੀਰਾਨ ਦਾ ਸੰਖੇਪ ਕੀਰਾ ਵਰਤਿਆ। ਜਿਵੇਂ ਉਹ ਕਾਲਾ ਪੱਥਰ, ਰੰਗ ਵੀ ਕਾਲਾ ਹੈ ਵੀ ਕਠੋਰ, ਮੇਰਾ ਜੀਵਨ ਪਾਪਾਂ ਨਾਲ ਕਾਲਾ, ਅੰਦਰ ਮਨ ਵੀ ਹੋ ਗਿਆ ਕਠੋਰ। ਪਰ ਪਾਤਸ਼ਾਹ ਆਪ ਨਾਲ ਜੇ ਮਿਲ ਜਾਵਾਂ, ਮੇਰੀ ਕਠੋਰਤਾ ਮੁੱਕ ਸਕਦੀ ਏ, ਮੇਰੀ ਕਾਲਖ ਉਤਰ ਸਕਦੀ ਏ। ਇਹ ਹਕੀਕਤ ਹੈ, ਕਾਲੇ ਪੱਥਰ ਦੀ ਕਾਲਖ ਜਾਂਦੀ ਨਹੀਂ, ਉਸ ਦੀ ਕਠੋਰਤਾ ਜਾਂਦੀ ਨਹੀਂ। ਪਰ ਮੇਰਾ ਮਨ ਭਾਵੇਂ ਕਠੋਰ ਹੈ, ਪਰ ਆਪ ਜੀ ਦੀ ਸੰਗਤ ਵਿੱਚ ਆ ਜਾਵਾਂ ਤੇ ਕਹਿ ਲਈਏ ਇਹ ਮਨ ਦਰਵ ਜਾਂਦਾ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਹੈ ਤੇ ਕਠੋਰ ਸੀ,
ਬਾਣੀ ਸੁਣਦੇ ਗਏ। ਹੈ ਤੇ ਅੰਦਰ ਬੜੀ ਕਰੂਰਤਾ ਵਾਲਾ ਸੀ, ਪਰ ਹੁਣ ਤੇ ਦਇਆ ਵਾਲਾ ਸੁਭਾਅ ਬਣ ਗਿਆ। ਅੱਗੇ ਲੜਾਈ ਝਗੜੇ ਵਾਲਾ ਸੀ, ਹੁਣ ਤੇ ਮਿਲਾਪ ਵਾਲਾ ਸੁਭਾਅ ਬਣ ਗਿਆ। ਪਾਤਸ਼ਾਹ ਆਪ ਜੀ ਦੀ ਸੰਗਤ ਕਰਨ ਦੇ ਨਾਲ ਮੇਰਾ ਜੀਵਨ ਬਦਲ ਜਾਂਦਾ ਹੈ, ਤੇ ਕਿਰਪਾਲਤਾ ਕਰ ਦਿਓ, ਇਸ ਸੰਗਤ ਨਾਲ ਮੈਨੂੰ ਜੋੜੀ ਰੱਖਿਓ। ਮੈਂ ਇਸ ਤਰ੍ਹਾਂ ਜੁੜਿਆ ਰਹਾਂ ਜਿਵੇਂ ਸ਼ਹਿਦ ਦੀ ਮੱਖੀ ਆਪਣੇ ਮਖੀਰੇ ਨਾਲ ਜੁੜੀ, ਛੱਤੇ ਨਾਲ ਜੁੜੀ ਏ, ਤਿਵੇਂ ਮੈਂ ਵਾਹਿਗੁਰੂ ਜੀ ਦੇ ਪਾਵਨ ਗੁਰ ਸੰਗਤ ਵਿੱਚ ਸਦਾ ਜੁੜਿਆ ਰਹਾਂ ਜੀ। ਹਰ ਗੁਣ ਕਹਿਣਾ ਸਕੋ ਬਨਵਾਰੀ। ਆਪ ਜੀ ਦੇ ਗੁਣਾਂ ਦਾ ਕੀ ਵਰਣਨ ਕਰਾਂ, ਮੈਂ ਕਹਿ ਨਹੀਂ ਸਕਦਾ। ਕਿੰਨੇ ਕੁ ਗੁਣ ਨੇ ਆਪ ਵਿੱਚ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਬਹਿਮਾ ਵਰਨ ਨਾ ਸਾਕੋ। ਤੂੰ ਠਾਕਰ ਊਚ ਭਗਵਾਨਾ। ਅੱਜ ਤੱਕ ਕਿੰਨੇ ਕੁ ਪਾਪੀ ਸ਼ਰਨ ਵਿੱਚ ਆਏ, ਉਹਨਾਂ ਦਾ ਉਧਾਰ ਕਰ ਦਿੱਤਾ। ਗਨਕਾ ਆਈ, ਉਧਾਰ ਕਰ ਦਿੱਤਾ। ਅਜਾਮਲ ਪਾਪੀ ਜੈਸੇ ਆਪ ਨਾਲ ਨਰਾਇਣ ਕਹਿ ਕੇ ਜੁੜ ਗਏ, ਉਹਨਾਂ ਦਾ ਪਾਰ ਨਿਸਤਾਰਾ ਕਰ ਦਿੱਤਾ। ਰੋਲਦਿਆਂ ਫਿਰਦਿਆਂ ਨੂੰ ਗਲੇ ਲਗਾ ਲੈਂਦੇ ਹੋ, ਆਪ ਜੀ ਭਟਕਿਆਂ ਨੂੰ ਰਾਹੇ ਪਾ ਦਿੰਦੇ ਹੋ। ਜਨਮਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ। ਜਿਸ ਕੋਲ ਕੌਡੀ ਵੀ ਨਾ ਹੋਵੇ, ਉਸ ਕੀੜੇ ਜੈਸੇ ਨੂੰ ਪਾਤਸ਼ਾਹੀ ਬਖਸ਼ਿਸ਼ ਕਰ ਸਕਦੇ ਹੋ। ਕੀਰਾ ਥਾਪ ਦੇ ਪਾਤਸ਼ਾਹੀ। ਮੈਂ ਕਿੰਨੇ ਕੁ ਗੁਣ ਆਪ ਜੀ ਦੇ ਵਰਣਨ ਕਰਾਂ। ਇਸ ਜੜ ਸਰੀਰ ਵਿੱਚ ਆਪਣੀ ਜੋਤ ਟਿਕਾਉਂਦੇ ਹੋ, ਇਸ ਨੂੰ ਚੇਤਨ ਕਰ ਦਿੰਦੇ ਹੋ। ਇਹ ਵੀ ਤੇ ਆਪ ਜੀ ਦਾ ਗੁਣ ਹੈ। ਮੈਂ ਦਿਨ ਰਾਤ ਭੁੱਲਿਆ ਭਟਕਿਆ ਭਾਵੇਂ ਤੁਹਾਡਾ ਨਾਮ ਵੀ ਨਾ ਲੇਵਾਂ, ਪਰ ਫਿਰ ਵੀ ਤੁਸੀਂ ਮੈਨੂੰ ਭੋਜਨ ਦੇ ਦਿੰਦੇ ਹੋ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਬਣ ਗਾਰੈ। ਪਛ ਪਸ਼ੂ ਨਗ ਨਾਗ ਨਰਾਦਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਇਹ ਵੀ ਤੁਹਾਡਾ ਗੁਣ ਹੈ। ਕਲਯੁਗੀ ਜੀਵਾਂ ਦੇ ਕਰਮ ਨਹੀਂ ਵਿਚਾਰਦੇ। ਦੀਨ ਦਿਆਲ ਦਇਆ ਨਿਧ, ਐਡੇ ਦਇਆ ਦੇ ਖਜ਼ਾਨੇ ਹੋ। ਦੋਖਨ ਦੇਖਤ ਹੈ। ਭਲਾ ਅਸੀਂ ਗੁਨਾਹ ਕਰਦੇ ਹਾਂ ਕਿ ਰੱਬ ਨਹੀਂ ਦੇਖਦਾ? ਉਸ ਨੂੰ ਪਤਾ ਨਹੀਂ ਚੱਲਦਾ? ਉਹ ਤੇ ਘਾਟ ਕੱਢ ਕੇ ਅੰਤਰ ਕੀ ਜਾਣਤ ਦੇ ਮਾਲਕ ਨੇ, ਪਰ ਇਸ ਦੇ ਬਾਵਜੂਦ ਵੀ ਉਹ ਦਿੰਦਿਆਂ ਦਿੰਦਿਆਂ ਥੱਕਦਾ ਨਹੀਂ ਹੈ। ਪਰ ਪਾਤਸ਼ਾਹ ਅਨੰਤ ਗੁਣ ਨੇ ਆਪ ਵਿੱਚ, ਮੈਂ ਕੀ ਗੁਣਾਂ ਦਾ ਵਰਣਨ ਕਰਾਂ ਜੀ। ਹਮ ਪਾਪੀ ਪਾਥਰ ਨੀਰ ਡੁਬਤ। ਹਮ ਪਾਪੀ, ਅਸੀਂ ਹਾਂ ਪਾਪੀ, ਅਸੀਂ ਹਾਂ ਪੱਥਰ ਦੀ ਤਰ੍ਹਾਂ, ਅਸੀਂ ਹਾਂ ਨੀਰ ਡੁਬਤ, ਪਾਣੀ ਵਿੱਚ ਡੁੱਬ ਜਾਣ ਵਾਲੇ ਪੱਥਰ ਦੀ ਤਰ੍ਹਾਂ। ਇਸ ਸੰਸਾਰ ਦੇ ਔਗਣ ਵਿਕਾਰਾਂ ਦੀ ਨਦੀ ਵਿੱਚ ਡੁੱਬ ਜਾਣ ਵਾਲੇ ਹਾਂ। ਪਾਤਸ਼ਾਹ ਜੀ, ਆਪ ਤੇ ਰਹਿਮਤ ਕਰਨ ਵਾਲੇ ਹੋ। ਮੈਂ ਆਪਣੇ ਜੀਵਨ ਵੱਲ ਝਾਤ ਮਾਰਾਂ ਤੇ ਹਾਲਤ ਹੈ ਘਰ ਘੁੰਮਣ ਵਾਣੀ ਭਾਈ। ਪਾਪ ਪੱਥਰ ਤਰਨ ਨਾ ਜਾਈ। ਥੋੜੀ ਗੱਲ ਧਿਆਨ ਦਿਓ ਘੁੰਮਣ ਵਾਣੀ ਦੀ। ਉੱਪਰੋਂ ਉੱਚੀ ਥਾਂ ਤੋਂ ਜਦੋਂ ਪਾਣੀ ਨੀਵੀਂ ਥਾਂ ਤੇ ਡਿੱਗਦਾ ਹੈ, ਉੱਥੇ ਪਾਣੀ ਦਾ ਇੱਕ ਚੱਕਰ ਬਣ ਜਾਂਦਾ ਹੈ। ਉਹ ਘੁੰਮਣ ਵਾਣੀ ਘੁੰਮਣ ਘੇਰੀ ਬਣ ਜਾਂਦੀ ਹੈ। ਉਸ ਘੁੰਮਣ ਘੇਰੀ ਵਿੱਚ ਕੋਈ ਵੱਡੇ ਤੋਂ ਵੱਡਾ ਤਰਾਕ ਵੀ ਡਿੱਗ ਜਾਏ, ਮੈਂ ਬੇਨਤੀ ਕਰਾਂ, ਉਹ ਵੀ ਕਈ ਵਾਰੀ ਘੁੰਮਣ ਘੇਰੀ 'ਚੋਂ ਬਾਹਰ ਨਹੀਂ ਨਿਕਲ ਸਕਦਾ। ਘੁੰਮਣ ਘੇਰੀ ਵਿੱਚ ਡਿੱਗਿਆ ਬੰਦਾ ਡੁੱਬ ਜਾਂਦਾ ਹੈ, ਮਰ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਜੇ ਪੱਥਰ ਬੰਨ੍ਹ ਕੇ ਘੁੰਮਣ ਘੇਰੀ ਵਿੱਚ ਕੋਈ ਛਾਲ ਮਾਰੇ, ਭਲਾ ਉਸ ਦੇ ਬਚਣ ਦੀ ਉਮੀਦ ਕਰੋਗੇ? ਪੱਥਰ ਬੰਨਿਆ ਹੋਵੇ ਭਾਰੀ ਸਰੀਰ ਨਾਲ, ਉਹ ਤੇ ਆਮ ਪਾਣੀ ਵਿੱਚ ਡਿੱਗੇ ਤੇ ਡੁੱਬ ਜਾਏਗਾ। ਪਰ ਘੁੰਮਣ ਘੇਰੀ ਵਿੱਚ ਪੱਥਰ ਬੰਨ੍ਹ ਕੇ ਡਿੱਗਿਆ ਬੰਦਾ, ਉਹ ਤੇ ਬਚ ਹੀ ਨਹੀਂ ਸਕਦਾ। ਇਹ ਸੰਸਾਰ ਹੈ ਘੁੰਮਣ ਘੇਰੀ। ਮੈਂ ਬੇਨਤੀ ਕਰਾਂ, ਬਸ ਸੁਬਾਹ ਉੱਠੇ, ਰੋਜ਼ ਦਾ ਇਸ਼ਨਾਨ, ਰੋਜ਼ ਦਾ ਰੋਟੀ ਪਾਣੀ ਖਾ, ਨਾਸ਼ਤਾ ਕਰ, ਕੰਮ ਕਾਰ ਵੱਲ ਚਲੇ ਜਾਣਾ। ਸਾਰਾ ਦਿਨ ਦੁਨੀਆ ਵਿੱਚ ਰਹਿ ਕੇ ਰਾਤ ਪਈ ਆ ਕੇ ਸੌਂ ਜਾਣਾ। ਰੈਨ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ। ਇਹ ਦੁਨੀਆ ਵਿੱਚ ਦਿਨ ਰਾਤ ਦਾ ਭਟਕਣਾ,
ਉਹ ਘੁੰਮਣ ਘੇਰੀ ਦੀ ਤਰ੍ਹਾਂ ਸੀ, ਪਰ ਦਿਨ ਰਾਤ ਦੁਨੀਆ ਵਿੱਚ ਘੁੰਮਦਿਆਂ ਭਟਕਦਿਆਂ ਨਾਲ ਪਾਪ ਵੀ ਕਰੀ ਜਾਏ ਤੇ ਸਮਝ ਲੈਣਾ ਘੁੰਮਣ ਵਾਣੀ ਵਿੱਚ ਪੱਥਰ ਬੰਨ੍ਹ ਕੇ ਡਿੱਗਦਾ ਪਿਆ। ਤੇ ਮੇਰੇ ਸਾਹਿਬ ਕਹਿੰਦੇ ਨੇ ਸਾਡੀ ਹਾਲਤ ਹੈ ਜੋ ਆਪਣਾ ਜੀਵਨ ਦਿਨ ਰਾਤ ਇਸ ਸੰਸਾਰ ਵਿੱਚ ਗਲਤਾਨ ਕਰੀ ਬੈਠੇ ਹਾਂ, ਨਾਲ ਪਾਪ ਵੀ ਕਰੀ ਜਾਂਦੇ ਆ, ਝੂਠ ਵੀ ਬੋਲੀ ਜਾਂਦੇ ਆ, ਨਿੰਦਾ ਵੀ ਕਰੀ ਜਾਂਦੇ ਆ, ਦਾ ਲੱਗੇ ਤੇ ਕਿਸੇ ਦਾ ਹੱਕ ਵੀ ਖੋ ਕੇ ਖਾ ਜਾਂਦੇ ਆ। ਪਤਾ ਨਹੀਂ ਹੋਰ ਮਨੋਵਿਰਤੀ ਦੀ ਹਾਲਤ ਕੀ ਹੈ। ਸ਼ਾਇਦ ਸਮਾਜ ਦੇ ਬੰਧਨ ਕਰਕੇ ਬਾਹਰੋਂ ਪਾਪ ਕਰਦਿਆਂ ਝਿਜਕ ਆਉਂਦੀ ਹੋਵੇ, ਪਰ ਅੰਦਰ ਦੀ ਮਾਨਸਿਕ ਬਿਰਤੀ ਦੀ ਦਸ਼ਾ ਆਪੇ ਜਾਣੇ ਆਪਣੀ ਜੀ ਕੀ। ਪਤਾ ਵੀ ਅੰਦਰੋਂ ਮੇਰਾ ਮਨ ਪਾਪ ਕਰੇ ਨਾ ਤੇ ਪਾਪ ਚਿਤਵਨ ਕਰਦਾ ਰਹਿੰਦਾ। ਕਬੀਰ ਵਿਕਾਰਾਂ ਚਿਤਵਤੇ, ਵਿਕਾਰਾਂ ਦਾ ਚਿਤਵਨ ਕਰਦਾ ਰਹਿੰਦਾ। ਅਸੀਂ ਬਹੁਤ ਭਾਰੀ ਪਾਪੀ ਪੱਥਰ ਦੀ ਤਰ੍ਹਾਂ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਭਲਾ ਸਮੁੰਦਰ ਵਿੱਚ ਕਿੰਨੇ ਕੁ ਲੀਟਰ, ਕਿੰਨੇ ਕੁ ਕਿਊਸਕ ਲੀਟਰ ਪਾਣੀ ਹੈ? ਕੋਈ ਹਿਸਾਬ ਹੈ? ਨਹੀਂ ਹੈ। ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਪਾਤਸ਼ਾਹ ਤੁਸੀਂ ਐਸੀ ਬਖਸ਼ਿਸ਼ ਕਰਨ ਵਾਲੇ ਹੋ ਕਿ ਅਸੀਂ ਪਾਪੀ ਪੱਥਰਾਂ ਨੂੰ ਤੁਸੀਂ ਤਾਰ ਦਿੰਦੇ ਹੋ। ਤੇ ਮੇਰੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਅਸੀਂ ਪਾਪੀ ਹਾਂ, ਅਸੀਂ ਪੱਥਰ ਦੀ ਤਰ੍ਹਾਂ ਹਾਂ, ਅਸੀਂ ਨੀਰ ਵਿੱਚ ਪਾਣੀ ਵਿੱਚ ਡੁੱਬਣ ਵਾਲੇ ਹਾਂ ਜੀ। ਕਰ ਕਿਰਪਾ ਪਾਖਨ ਹਮ ਤਾਰੀ। ਪਹਿਲਾ ਸ਼ਬਦ ਪਾਥਰ ਵਰਤਿਆ ਤੇ ਦੂਸਰਾ ਸ਼ਬਦ ਪੱਥਰ ਦਾ ਪਾਖਨ ਵਰਤਿਆ। ਪਾਖਨ ਮੈਨੇ ਵੀ ਪੱਥਰ ਹੁੰਦਾ ਤੇ ਪਾਥਰ ਵੀ ਪੱਥਰ ਦਾ ਸੰਬੋਧਕ ਹੈ। ਅਸੀਂ ਹਾਂ ਪੱਥਰ ਤੇ ਕਿਰਪਾ ਕਰੋ ਸਾਨੂੰ ਪਾਖਨ ਨੂੰ, ਪੱਥਰਾਂ ਨੂੰ ਤਾਰ ਦੇਵੋ। ਭਾਰੀ ਤੋਂ ਭਾਰੀ ਪੱਥਰ ਹੋਵੇ, ਬੇੜੀ ਵਿੱਚ ਰੱਖ ਦਈਏ, ਡੁੱਬੇਗਾ ਨਹੀਂ ਨਾ, ਉਹ ਤੇ ਤਰ ਜਾਏਗਾ। ਪਾਤਸ਼ਾਹ ਜੀਵਨ ਪੱਥਰ ਦੀ ਤਰ੍ਹਾਂ ਕਠੋਰ ਵੀ ਹੋ ਗਿਆ, ਪਾਪਾਂ ਨਾਲ ਭਰਿਆ ਹੋਇਆ ਵੀ ਹੋ ਗਿਆ। ਆਪ ਦਾ ਸ਼ਬਦ ਤੇ ਬੋਹਿਤ ਹੈ, ਆਪ ਦਾ ਨਾਮ ਤੇ ਜਹਾਜ਼ ਹੈ। ਕਿਰਪਾ ਕਰ ਦਿਓ, ਅਗਰ ਸੁਰਤ ਵਿੱਚ ਨਾਮ ਆ ਜਾਏ, ਉਹ ਆਪ ਜੀ ਦੀ ਕਿਰਪਾ ਨਾਲ ਆ ਜਾਏ, ਤੇ ਮੈਨੂੰ ਇੰਜ ਲੱਗਦਾ ਤੁਹਾਡੀ ਕਿਰਪਾ ਨਾਲ ਸੁਰਤ ਵਿੱਚ ਵਾਹਿਗੁਰੂ ਨਾਮ ਆ ਗਿਆ। ਸੁਰਤ ਹੁਣ ਨਾਮ ਵਿੱਚ ਬੈਠਣ ਲੱਗ ਪਈ। ਜਿਹੜੀ ਸੁਰਤ ਪਾਪਾਂ ਦੇ ਪਾਣੀ ਵਿੱਚ ਬੈਠਦੀ ਸੀ ਤੇ ਡੁੱਬ ਜਾਂਦੀ ਸੀ, ਉਹ ਸੁਰਤ ਹੁਣ ਸ਼ਬਦ ਵਿੱਚ ਬੈਠ ਗਈ, ਨਾਮ ਵਿੱਚ ਬੈਠ ਗਈ, ਉਹ ਹੁਣ ਡੁੱਬੇਗੀ ਨਹੀਂ। ਆਪ ਕਿਰਪਾ ਕਰੋ, ਸਾਨੂੰ ਪੱਥਰਾਂ ਨੂੰ ਤੁਸੀਂ ਤਾਰ ਦਿਓ। ਜਿਵੇਂ ਇਤਿਹਾਸ ਦੀ ਵਾਰਤਾ ਹੈ, ਕਲਗੀਧਰ ਦਸ਼ਮੇਸ਼ ਪਾਤਸ਼ਾਹ ਚੌਜੀ ਪ੍ਰੀਤਮ ਨਦੀ ਕਿਨਾਰੇ ਬੈਠੇ, ਹੱਥ ਵਿੱਚ ਇੱਕ ਛੋਟਾ ਜਿਹਾ ਪੱਥਰ ਉਸ ਨੂੰ ਉੱਪਰ ਸੁੱਟਦੇ ਨੇ, ਫਿਰ ਹੱਥ ਤੇ ਟਿਕਾ ਲੈਂਦੇ ਨੇ, ਫਿਰ ਉੱਪਰ ਸੁੱਟਦੇ ਨੇ, ਫਿਰ ਹੱਥ ਤੇ ਬੋਚ ਲੈਂਦੇ ਨੇ। ਕਰਦਿਆਂ ਪਾਸ ਬੈਠੇ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਇਹ ਕੀ ਹੈ? ਕਹਿੰਦਾ ਜੀ ਪੱਥਰ ਹੈ। ਭਾਈ ਦਇਆ ਸਿੰਘ ਜੀ ਬੋਲੇ ਇਹ ਪੱਥਰ ਹੈ, ਮੇਰੇ ਪਾਤਸ਼ਾਹ ਨੇ ਤਲੀ ਟੇਢੀ ਕੀਤੀ, ਉਹ ਨਦੀ ਵਿੱਚ ਡੁੱਬ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਦਇਆ ਸਿੰਘ ਪੱਥਰ ਕਿੱਧਰ ਗਿਆ? ਜੀ ਨਦੀ ਵਿੱਚ ਡੁੱਬ ਗਿਆ। ਮੇਰੇ ਪਾਤਸ਼ਾਹ ਨੇ ਤੀਜਾ ਸਵਾਲ ਕੀਤਾ, ਭਾਈ ਦਇਆ ਸਿੰਘ ਇਹ ਪੱਥਰ ਨਦੀ ਵਿੱਚ ਕਿਉਂ ਡੁੱਬ ਗਿਆ? ਧਿਆਨ 'ਚ ਰੱਖਿਓ, ਜਦ ਇਹ ਸਵਾਲ ਕੀਤਾ ਗੱਲ ਬੜੀ ਗਹਿਰੀ ਸਮਝਾਣੀ ਚਾਹੁੰਦੇ ਸਨ, ਪਰ ਅੱਗੋਂ ਗੱਲ ਨੂੰ ਸਮਝਣ ਵਾਲਾ ਕੋਈ ਭਾਈ ਦਇਆ ਸਿੰਘ ਵਰਗਾ ਵਿਵੇਕੀ ਮੱਤ ਵਾਲਾ ਹੋਵੇ ਤੇ ਗੱਲ ਸਮਝਦਿਆਂ ਦੇਰ ਨਹੀਂ ਲੱਗਦੀ। ਜਦੋਂ ਤੀਜਾ ਸਵਾਲ ਕੀਤਾ ਨਾ ਭਾਈ ਦਇਆ ਸਿੰਘ ਇਹ ਪੱਥਰ ਕਿਉਂ ਡੁੱਬ ਗਿਆ, ਤੇ ਭਾਈ ਦਇਆ ਸਿੰਘ ਜੀ ਨੇ ਬਹੁਤ ਸੁੰਦਰ ਜਵਾਬ ਦਿੱਤਾ, ਜੀ ਜਿਹੜਾ ਪੱਥਰ ਤੁਹਾਡੇ ਹੱਥੋਂ ਛੁਟਕ ਜਾਏਗਾ ਉਹ ਡੁੱਬੇਗਾ ਹੀ ਨਾ। ਜਿਹੜਾ ਜੀਵਨ ਗੁਰੂ ਹੱਥੋਂ, ਵਾਹਿਗੁਰੂ ਜੀ ਦੇ ਸਿਮਰਨ ਹੱਥੋਂ ਛੁਟਕ ਜਾਂਦਾ ਹੈ, ਉਹ ਜੀਵਨ ਸੰਸਾਰ ਦੇ
ਅਵਗਣ ਵਿਕਾਰਾਂ ਵਿੱਚ ਮੈਂ ਮੇਰੀ ਦੇ ਝੰਜਟ ਵਿੱਚ ਡੁੱਬ ਜਾਂਦਾ ਹੈ। ਉਸ ਨੂੰ ਕੁਝ ਸੁੱਝਦਾ ਹੀ ਨਹੀਂ ਹੈ ਵੀ ਮੈਂ ਧਰਮ ਵੀ ਕਮਾਉਣਾ, ਕੋਈ ਅੰਮ੍ਰਿਤ ਵੇਲਾ ਸੰਭਾਲਣਾ ਹੈ, ਕੋਈ ਨਿਤਨੇਮ ਕਰਨਾ ਹੈ, ਕੋਈ ਸੁਰਤ ਨੂੰ ਟਿਕਾ ਕੇ ਟਿਕੀ ਹੋਈ ਸੁਰਤ ਵਿੱਚ ਵਾਹਿਗੁਰੂ 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 ਦੇ ਘਰ ਵਿੱਚ ਵੀ ਜਾਣਾ ਹੈ। ਮੇਰੇ ਸਾਹਿਬ ਰਹਿਮਤ ਕਰਕੇ ਦਰਸਾਉਂਦੇ ਨੇ, ਅਸੀਂ ਪਾਖਾਨ ਹਾਂ, ਅਸੀਂ ਪੱਥਰ ਦੀ ਤਰ੍ਹਾਂ ਹਾਂ, ਪਰ ਆਪ ਤੇ ਡੋਬਣ ਵਾਲੇ ਨਹੀਂ ਹੋ ਨਾ, ਆਪ ਤੇ ਤਾਰਨ ਵਾਲੇ ਹੋ। ਅਰਦਾਸ ਕਰਦੇ ਰਹੋ, ਸਾਨੂੰ ਪੱਥਰਾਂ ਨੂੰ ਪਾਤਸ਼ਾਹ ਤਾਰ ਦੇਣਾ, ਸਾਨੂੰ ਆਪਣੇ ਹੱਥੋਂ ਨਾ ਛੁਟਕਾ ਦੇਣਾ। ਇਹ ਸੱਚ ਹੈ, ਜਿਹੜੇ ਜੀਵਨ ਗੁਰੂ ਹੱਥ ਆ ਗਏ, ਵਾਹਿਗੁਰੂ ਦੇ ਸਿਮਰਨ ਵਿੱਚ ਚਲੇ ਗਏ, ਉਹ ਫਿਰ ਜੀਵਨ ਡੁੱਬਦੇ ਨਹੀਂ। ਮੈਂ ਇੱਕ ਧਰਮ ਗ੍ਰੰਥ ਚੋਂ ਗਾਥਾ ਪੜ੍ਹੀ, ਇੱਕ ਬੰਦੇ ਨੇ ਬੇੜੀ ਵਿੱਚ ਪੱਥਰ ਲੱਦਿਆ ਸੀ, ਸ਼ਾਇਦ ਕੁਝ ਤਰਾਸ਼ਣਾ ਹੋਵੇਗਾ, ਬਣਾਉਣਾ ਹੋਵੇਗਾ। ਉਸ ਦੂਸਰੇ ਕਿਨਾਰੇ ਪੱਥਰ ਨੂੰ ਉਤਾਰਿਆ, ਉਸ ਬੇੜੀ ਵਿੱਚ ਇੱਕ ਫਕੀਰ ਬੈਠਾ ਸੀ। ਜਦੋਂ ਪੱਥਰ ਉਤਾਰਿਆ, ਉਸ ਨੇ ਹੱਥ ਜੋੜ ਪੱਥਰ ਅੱਗੇ ਮੱਥਾ ਝੁਕਾਇਆ, ਤੇ ਪੱਥਰ ਦਾ ਮਾਲਕ ਕਹਿੰਦਾ, ਬਾਬਾ ਇਸ ਪੱਥਰ ਨੂੰ ਕੀ ਮੱਥਾ ਪਿਆ ਟੇਕਦਾ? ਕਹਿੰਦਾ, ਮੈਂ ਪੱਥਰ ਨੂੰ ਮੱਥਾ ਨਹੀਂ ਟੇਕਿਆ, ਮੈਂ ਅੰਦਰੋਂ ਧਰ ਕੇ ਆਖਿਆ, ਪੱਥਰਾ ਤੂੰ ਧਾਨੇ ਬੇੜੀ ਵਿੱਚ ਬੈਠ ਕੇ ਪਾਰ ਹੋ ਕੇ ਆ ਗਿਆ, ਮੈਂ ਅਜੇ ਤੱਕ ਬੇੜੀ ਵਿੱਚ ਬੈਠ ਨਹੀਂ ਸਕਾਂ, ਮੈਂ ਰੋਜ਼ ਗੋਤੇ ਖਾਂਦਾ। ਗੱਲ ਥੋੜੀ ਧਿਆਨ 'ਚ ਰੱਖਿਓ, ਮਾਲਕ ਅੱਗੇ ਅਰਦਾਸ ਕਰੀਏ, ਸਾਨੂੰ ਪੱਥਰ ਜੀਵਨ ਨੂੰ, ਪਾਪੀ ਜੀਵਨ ਨੂੰ ਪਾਤਸ਼ਾਹ ਆਪ ਤਾਰ ਦੇਣਾ ਜੀ। ਰਹਾਉ ਸ਼ਬਦ ਦੇ ਕੇਂਦਰੀ ਭਾਵ ਦਾ ਇਸ਼ਾਰਾ ਰਹਾਉ ਕਹਿ ਕੇ ਸਤਿਗੁਰੂ ਅੱਗੇ ਫਰਮਾਨ ਕਰਦੇ ਨੇ, ਜਨਮ ਜਨਮ ਕੇ ਲਾਗੀ ਬਿਖ ਮੋਰਚਾ। ਇੱਕ ਜਨਮ ਨਹੀਂ ਜੀ, ਅੱਜ ਦੀ ਜਿੰਨੀ ਸਾਡੀ ਆਰਬਲ ਹੈ, ਇੰਨੇ ਇੱਕ ਜਨਮ ਦੀ ਗੱਲ ਨਹੀਂ। ਪਤਾ ਨਹੀਂ ਇਸ ਜੀਵ ਆਤਮਾ ਨੇ, ਜਿਸ ਨੇ ਅੱਜ ਜਾਮਾ ਕੱਪੜਾ ਮਨੁੱਖ ਤਨ ਦਾ ਧਾਰਿਆ, ਇਸ ਨੇ ਅੱਜ ਤੱਕ ਪਤਾ ਨਹੀਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੱਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਤਾ ਨਹੀਂ ਕਿੰਨੇ ਜਨਮ ਕਿਹੜੇ ਕਿਹੜੀ ਜੂਨੀ ਵਿੱਚ ਅਸੀਂ ਭਟਕਦੇ ਰਹੇ, ਤੇ ਅਨੇਕਾਂ ਜਨਮਾਂ ਦੇ ਪਾਪ ਅੰਦਰ ਇਕੱਠੇ ਹੋਏ ਹੋਏ ਉਸ ਜੀਵ ਆਤਮਾ ਦੇ ਹੁਣ ਮਨੁੱਖਾ ਤਨ ਧਾਰਨ ਕੀਤਾ, ਤੇ ਕਹਿ ਲਈਏ ਜਨਮਾਂ ਜਨਮਾਂ ਦੇ ਉਹ ਲੱਗੇ ਹੋਏ ਵਿਕਾਰ, ਉਹ ਬਿਖ, ਉਹ ਮਾਇਆਵੀ ਪ੍ਰਭਾਵ ਮੋਰਚਾ। ਸ਼ਬਦ ਥੋੜਾ ਮੋਰਚਾ ਵੱਲ ਧਿਆਨ ਦਿਓ, ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਇੱਕ ਥਾਂ ਤੇ ਹੋਰ ਵੀ ਸਤਿਗੁਰੂ ਮੋਰਚਾ ਸ਼ਬਦ ਉਚਾਰਨ ਕਰਦੇ ਨੇ ਕਿ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੈ, ਮੋਰਚਾ ਨਾ ਲਾਗੈ ਜਾਂ ਹਉਮੈ ਸੁਖ ਹੈ। ਮੋਰਚਾ ਦੇ ਅੱਖਰੀ ਅਰਥ ਨੇ ਜੰਗਾਲ, ਜੋ ਲੋਹੇ ਨੂੰ ਲੱਗ ਜਾਂਦਾ। ਧਿਆਨ 'ਚ ਰੱਖਿਓ, ਜਿਵੇਂ ਜੰਗਾਲ ਲੋਹੇ ਨੂੰ ਲੱਗ ਜਾਏ, ਉਹ ਲੋਹੇ ਨੂੰ ਖਾ ਜਾਂਦਾ, ਲੋਹੇ ਦੀ ਹੈਸੀਅਤ ਕਮਜ਼ੋਰ ਕਰਕੇ ਕਮਜ਼ੋਰ ਕਰ ਦੇ, ਬਸ ਇੱਕ ਦਿਨ ਲੋਹਾ ख़त्म कर देता है। सोहबते अहले सफ़ा से तीरा दिल कब साफ हो कि जंग से आलूदा हो जाता है कि आहन आब में। ध्यान च रखियो, अदीब लिखदा पानी नाल बाकी चीज़ां धोतियां जांदियां, मैल लह जांदी, पर पानी लोहे नूं लगे ते मैल लग जांदी, उस नूं जंगाल लग जांदा। पानी लगदा रहे ना लोहे नूं ते जंगाल लग जांदा। पर कमाल दी गल इह है, लोहे विचों जंगाल पैदा हो के लोहे नूं खा जांदा है। ते साडे अंदर इह हौमै दी जंगाल लग गई, ते जिहड़ी जंगाल अंदर हौमै दी लग गई, मैं इहो जिहा अंदर दी सुरत विच पहलां अपने शरीर नूं कहंदा मैं। ध्यान च रखियो, ये तन मेरा नहीं सीगा, तन मन तेरा, पर कहंदा रहा मेरा, ये मैं करदियां, फिर कहंदा घर मेरा, परिवार मेरा, वो मैं ते मेरी दा इतना जंगाल लग गया। मन विचों मैं पैदा हो के, जीव आत्मा चों मैं पैदा हो के सानू ही खा गई, साडा जीवन नष्ट ते भ्रष्ट हो गया।
ਇਸ ਕਰਕੇ ਸਾਹਿਬ ਕਹਿੰਦੇ ਨੇ ਜਨਮਾਂ ਜਨਮਾਂ ਦੇ ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਭਾਵਨਾ ਅਤੇ ਮੈਂ ਮੇਰੀ ਦਾ ਉਹ ਐਸਾ ਜੰਗਾਲ ਲੱਗ ਗਿਆ ਹੈ ਜੀ। ਲਗ ਸੰਗਤ ਸਾਧ ਸਵਾਰੀ। ਬੇਨਤੀ ਕਰਾਂਗਾ, ਫਿਕਰ ਨਾ ਕਰਿਓ, ਜੇ ਅੱਜ ਤੱਕ ਜੰਗਾਲ ਲੱਗ ਹੀ ਗਿਆ ਤੇ ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਵਿੱਚ ਆ, ਲੱਗ ਜਾ, ਸਾਧ ਸੰਗਤ ਨਾਲ ਜੁੜ ਜਾ, ਤੇ ਫਿਰ ਕੀ ਹੋਵੇਗਾ? ਇਹ ਸਾਰੀ ਤੇਰੀ ਲੱਗੀ ਜੰਗਾਲ ਦੀ ਮੈਲ ਉਤਰ ਜਾਏਗੀ। ਜਦੋਂ ਸੰਗਤ ਵਿੱਚ ਆਏ, ਜੀਵਨ ਸਵਾਰੀ, ਹੁਣ ਜੀਵਨ ਸਵਰ ਗਿਆ, ਲੱਗ ਸੰਗਤ ਸਾਧ ਸਵਾਰੀ। ਮੈਂ ਬੇਨਤੀ ਕਰਾਂਗਾ, ਇਸ ਸਾਧ ਸੰਗਤ ਵਿੱਚ ਆ ਕੇ ਜੀਵਨ ਵਿਗੜਦਾ ਨਹੀਂ। ਹਾਂ, ਕੋਈ ਸੰਗੀਆਂ ਕੋਲ ਜਾਓਗੇ ਜੀਵਨ ਵਿਗੜੇਗਾ, ਕਿਸੇ ਨਸ਼ਈਆਂ ਕੋਲ ਕੋਈ ਜਾਏਗਾ ਜੀਵਨ ਵਿਗੜੇਗਾ, ਕੋਈ ਪਾਪੀਆਂ ਕੋਲ ਜਾਏਗਾ ਉਹਨਾਂ ਦਾ ਅਸਰ ਹੋਵੇਗਾ, ਜੀਵਨ ਵਿਗੜੇਗਾ। ਇਸ ਕਰਕੇ ਭਗਤ ਕਬੀਰ ਜੀ ਨੂੰ ਕਹਿਣਾ ਪਿਆ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕੱਛ ਲਾਗੈ ਦਾਗ। ਕਾਲਾ ਭਾਂਡਾ ਰੋਜ਼ ਚੁੱਕੋਗੇ, ਰੋਜ਼ ਚੁੱਕੋਗੇ, ਅਕਸਰ ਕਿਤੇ ਤੇ ਕੱਪੜੇ ਨੂੰ, ਸਰੀਰ ਨੂੰ ਕਾਲਖ ਲੱਗ ਜਾਏਗੀ ਨਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਕੋਈ ਸੰਗੀਆਂ ਦੇ ਸੰਗ ਵਿੱਚ ਬੈਠਿਆਂ ਜੀਵਨ ਵਿਗੜ ਜਾਂਦਾ, ਸਾਧ ਸੰਗਤ ਵਿੱਚ ਆਇਆ ਜੀਵਨ ਸਵਰ ਜਾਂਦਾ। ਮੈਂ ਐਸੇ ਦੇਖੇ ਨੇ ਜਿਨ੍ਹਾਂ ਨੂੰ ਸ਼ਾਇਦ ਮੈਂ ਕਹਿ ਲੇਵਾਂ ਅੰਦਰ ਕੋਈ ਵੀ ਨਾਮ ਦੀ ਗੱਲ ਨਹੀਂ ਸੀ, ਅੰਦਰ ਗੁਰਸਿੱਖੀ ਜੀਵਨ ਦੀ ਗੱਲ ਵੀ ਨਹੀਂ ਸੀ, ਪਰ ਰੋਜ਼ ਗੁਰ ਸੰਗਤ ਵਿੱਚ ਆਉਂਦੇ ਗਏ, ਰੋਜ਼ ਗੁਰੂ ਦਾ ਸ਼ਬਦ ਤੇ ਉਪਦੇਸ਼ ਸੁਣਦੇ ਗਏ। ਤੇ ਇੱਕ ਦਿਨ ਗੁਰੂ ਦਾ ਉਪਦੇਸ਼ ਸੁਣਦਿਆਂ ਉਹ ਅਸਰ ਐਸਾ ਹੋ ਗਿਆ, ਜੀਵਨ ਬਦਲ ਗਿਆ। ਮੈਂ ਹੁਣੇ ਭਾਵਨਗਰ ਗੁਜਰਾਤ ਤੋਂ ਆਇਆ। ਉੱਥੇ ਇੱਕ ਸਿੰਧੀ ਜਿਨ੍ਹਾਂ ਦਾ ਨਾਮ ਮਨੀਸ਼ ਜੀ ਕਰਕੇ, ਭਾਈ ਮਨੀਸ਼ ਜੀ ਕਹਿੰਦੇ, ਤੇ ਉਹ ਖਾਨਦਾਨੀ ਹਿੰਦੂ ਪਰਿਵਾਰ ਹੈ, ਧਿਆਨ 'ਚ ਰੱਖ ਲਿਓ। ਔਰ ਅੱਜ ਹਿੰਦੂ ਪਰਿਵਾਰ ਦੇ ਹੋਣ ਦੇ ਬਾਵਜੂਦ ਰੋਜ਼ ਗੁਰਦੁਆਰੇ ਆਉਣਾ, ਅਰਦਾਸ ਵੀ ਆਪ ਕਰਨੀ, ਗੁਰੂ ਕੀ ਸੰਗਤ ਵਿੱਚ ਬੈਠ ਕੇ ਰੋਜ਼। ਅੱਜ ਵੀ ਮੈਂ ਦੇਖਿਆ ਕਰੀਬ ਸਵੇਰ 4 ਵਜੇ ਤੋਂ ਸਿਮਰਨ ਆਪ ਕਰਨਾ ਤੇ ਹੋਰਨਾਂ ਨੂੰ ਕਰਾਉਣਾ। ਆ ਪਿਛੇ 2 ਸਾਲਾਂ ਤੋਂ ਪੂਰਨ ਗੁਰਸਿੱਖ ਬਣ ਕੇ ਅੰਮ੍ਰਿਤਧਾਰੀ ਬਣ ਗਏ। ਇਹ ਕਹਿ ਸਕਦੇ ਹਾਂ ਸੰਗਤ ਦਾ ਅਸਰ ਹੋਵੇ। ਇੱਕ ਦੀ ਗੱਲ ਨਹੀਂ, ਮੈਂ ਕਈ ਥਾਈਂ ਦੇਖਿਆ ਸੰਗਤ ਵਿੱਚ ਆਉਣ ਵਾਲੇ ਨਸ਼ੇ ਛੱਡ ਗਏ, ਪਤਤ ਪੁਣਾ ਛੱਡ ਗਏ, ਆਪਣਾ ਔਗਣ ਵਿਕਾਰੀ ਜੀਵਨ ਛੱਡ ਗਏ। ਤੇ ਕਹਿ ਸਕਦੇ ਹਾਂ ਨਾ ਵੀ ਸੰਗਤ ਸਵਾਰ ਦਿੰਦੀ ਏ, ਵਿਗਾੜਦੀ ਨਹੀਂ। ਪਰ ਅਰਦਾਸ ਕਰਦੇ ਰਹੀਏ, ਸੰਗਤ ਵਿੱਚ ਆਉਂਦੇ ਰਹੀਏ। ਇੱਕ ਦਿਨ ਸੰਗਤ ਵਿੱਚ ਆਉਂਦਿਆਂ ਇਹ ਜੀਵਨ ਪੱਥਰ ਨਹੀਂ ਰਹਿੰਦਾ, ਇਹ ਜੀਵਨ ਪਾਪੀ ਨਹੀਂ ਰਹਿੰਦਾ। ਸੰਗਤ ਵਿੱਚ ਬੈਠ ਕੇ ਜੀਵਨ ਸਵਰ ਜਾਂਦਾ ਹੈ ਜੀ। ਜਿਉ ਕੰਚਨ ਬੈ ਸੰਤਰ ਤਾਇਓ, ਮਲ ਕਾਟੀ ਕਟ ਤੇ ਉਤਾਰੀ। ਜਿਉ ਕੰਚਨ ਸੋਨਾ, ਬੈਸੰਤਰ ਅੱਗ, ਤਾਇਓ ਤਾ ਦਿੱਤਾ, ਸੇਕ ਦਿੱਤਾ। ਜਿਉ ਕਣਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ। ਜਬ ਤੇ ਸੁਧ ਭਏ ਹੈ 12, ਤਬ ਤੇ ਥਾਨ ਥਿਰੋ। ਉਹ ਕਣਕੋ ਸੋਨਾ ਕੋਠਾਲੀ ਵਿੱਚ ਪਾਇਆ ਗਿਆ, ਅੱਗ ਉੱਤੇ ਰੱਖਿਆ ਗਿਆ, ਉਹ ਹੁਣ ਸੇਕ ਲੱਗਾ, ਉਹ ਸੋਨਾ ਪਿਘਲ ਗਿਆ। ਜਿਹੜਾ ਉਸ ਵਿੱਚ ਖੋੜ ਸੀ ਨਾ, ਕੋਈ ਹੋਰ ਧਾਤ ਮਿਲੀ ਹੋਈ ਸੀ, ਜਾਂ ਉਸ ਸੋਨੇ 'ਤੇ ਮੈਲ ਲੱਗ ਗਈ ਸੀ। ਕਹਿੰਦੇ ਨੇ ਜਿਵੇਂ ਸੇਕ ਲੱਗਣ ਦੇ ਨਾਲ, ਅੱਗ ਉੱਤੇ ਰੱਖਣ ਦੇ ਨਾਲ ਉਸ ਦੀ ਸਾਰੀ ਮਲ ਕਾਟੀ ਗਈ। ਤੇ ਹੁਣ ਮੈਲ ਜਦੋਂ ਕੱਟੀ ਗਈ, ਬੋਲੋ ਸੋਨਾ ਸ਼ੁੱਧ ਹੋਵੇਗਾ ਕਿ ਨਹੀਂ ਹੋਵੇਗਾ? ਹੁਣ ਜਿੰਨਾ ਚਿਰ ਮੈਲ ਕੱਟੀ ਨਹੀਂ ਸੀ ਗਈ, ਧਿਆਨ 'ਚ ਰੱਖਿਓ, ਜਿਉ ਕਣਕੋ ਕੋਠਾਰੀ ਚੜਿਓ, ਕਬਰੋ ਹੋਤ ਫਿਰੋ। ਕਮਲਾ ਹੋਇਆ ਫਿਰਦਾ, ਰਿੱਝਦਾ ਫਿਰਦਾ, ਉਬਲਦਾ ਫਿਰਦਾ, ਸੇਕ ਸਹਿੰਦਾ ਫਿਰਦਾ। ਤੇ ਜਦੋਂ ਸੁਨਾਰ ਨੇ ਦੇਖਿਆ ਵੀ ਹੁਣ ਮੈਲ ਇੱਕ ਪਾਸੇ ਹੋ ਗਈ, ਸੋਨਾ ਸ਼ੁੱਧ ਇੱਕ ਪਾਸੇ ਹੋ ਗਿਆ, ਅੱਗ ਤੋਂ ਲਾ ਲਿਆ। ਹੁਣ ਉਸ ਦਾ ਉਬਲਣਾ, ਰਿੱਝਣਾ, ਜਿਹੜਾ ਕਮਲਾ ਹੋਇਆ ਫਿਰਦਾ ਸੀ, ਉਹ ਨਹੀਂ ਹੁਣ ਰਹਿ ਗਿਆ, ਹੁਣ ਟਿਕ ਗਿਆ, ਸਥਿਰ ਹੋ ਗਿਆ। ਤਿਵੇਂ ਸੰਗਤ ਵਿੱਚ ਆਇਆ, ਬਾਰ-ਬਾਰ ਗੁਰੂ ਦੇ ਉਪਦੇਸ਼ ਦਾ ਸੇਕ ਸਹਿੰਦਿਆਂ ਮੈਂ ਬੇਨਤੀ ਕਰਾਂਗਾ, ਇੱਥੇ ਸਤਿਗੁਰੂ ਸਾਨੂੰ ਬੜੀ ਝਿੜਕ ਵੀ ਦਿੰਦੇ ਨੇ। ਜੇ ਗੁਰ ਝਿੜਕੇ
ਤਾਂ ਮਿੱਠਾ ਲਾਗੇ। ਜੇ ਗੁਰੂ ਆਖਣ ਵੀ ਭਲਿਆ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ, ਤਿਉ ਜੀਵੈ ਸਾਕਤ ਨਾਮ ਵਿਸਾਰੀ। ਕੋਈ ਐਸਾ ਹੋਵੇ ਜਿਨਨੇ ਸਿਮਰਨ ਕਦੀ ਨਾ ਕੀਤਾ ਹੋਵੇ ਤੇ ਗੁਰੂ ਕਹਿ ਦੇਣ ਵੀ ਤੂੰ ਸੱਪ ਵਰਗਾ, ਸਰਪ ਆਰ ਜਾਰੀ। ਆਰ ਜਾਰੀ ਵੱਡੀ ਉਮਰ ਵਾਲਾ ਬਜ਼ੁਰਗ ਵੀ ਹੋ ਜਾਏ, ਸੋ ਜੀਵਨ ਸਿਮਰਨ ਤੋਂ ਸਖਣਾ ਰੱਖਦਾ ਹੋਵੇ ਤੇ ਤੂੰ ਸੱਪ ਜੈਸਾ ਹੈ। ਤੇ ਝਿੜਕੇ ਨਾ, ਮੈਂ ਬੇਨਤੀ ਕਰਾਂ, ਪਰ ਲੱਗ ਜਾਏ ਝਿੜਕ ਬੰਦਾ ਜੀਵਨ ਬਦਲ ਲੈਂਦਾ ਨਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਮਾਲਕ ਇਹ ਅੱਗ ਦਾ ਸੇਕ ਸਹਿੰਦਿਆਂ ਸਹਿੰਦਿਆਂ ਉਹ ਉਬਲਦਾ ਤੇ ਤਪਦਾ ਹੈ, ਪਰ ਮਾਲਕ ਉਸ ਨੂੰ ਤਪਾਉਣ ਲਈ, ਉਸ ਨੂੰ ਭੜਕਣਾ ਲਈ ਅੱਗ ਤੇ ਨਹੀਂ ਰੱਖਦਾ। ਉਹਨੂੰ ਇਹੋ ਜਿਹਾ ਟਿਕਾਉਣਾ ਚਾਹੁੰਦਾ ਵੀ ਉਸ ਨੂੰ ਪਰਖਿਆ ਜਾਏ ਤੇ ਸ਼ੁੱਧ ਹੋ ਜਾਏ ਤੇ ਲੋਕ ਕਹਿਣ ਵੀ 12 ਵੰਨੀ ਦਾ, ਇਹ 24 ਕੈਰਟ ਦਾ, ਇਹ 100% ਸ਼ੁੱਧ ਹੈ ਸੋਨਾ, ਇਸ ਵਿੱਚ ਮੈਲ ਨਹੀਂ। ਗੁਰੂ ਕਹਿ ਦੇਣ ਵੀ ਇਹ ਪੂਰਨ ਗੁਰਸਿੱਖ ਹੈ, ਇਹ ਪੂਰਨ ਖਾਲਸਾ ਹੈ, ਇਸ ਵਿੱਚ ਹੁਣ ਮੈਲ ਨਹੀਂ ਰਹਿ ਗਈ। ਗੁਰੂ ਫਿਰ ਕਹਿ ਦਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ। ਇਸ ਕਰਕੇ ਸਾਹਿਬ ਕਹਿੰਦੇ ਨੇ, ਜਿਉ ਕੰਚਨ ਬੈਸੰਤਰ ਤਾਇਓ, ਮਲ ਕਾਟੀ ਕਟਤੀ ਉਤਾਰੀ। ਹੁਣ ਉਸ ਦੀ ਮਲ ਕੱਟੀ ਗਈ, ਇਧਰ ਪਾਪ ਕੱਟੇ ਗਏ, ਹੁਣ ਐਸੀ ਮੈਲ ਕੱਟ ਕੇ ਉਤਾਰ ਦਿੱਤੀ ਜੀ। ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਉਰ ਤਾਰੀ। ਇੱਕ ਗੱਲ ਧਿਆਨ 'ਚ ਰੱਖਿਓ, ਪਾਪ ਤੇ ਬਹੁਤ ਕੀਤੇ ਹੋਏ ਨੇ ਤੇ ਸਿਮਰਨ ਥੋੜਾ ਜਿਹਾ ਕਰਕੇ ਆਖੀਏ ਵੀ ਗੱਲ ਬਣ ਜਾਏ, ਨਹੀਂ, ਇੰਜ ਗੱਲ ਨਹੀਂ ਬਣਦੀ। ਬਲਕਿ ਅਨੇਕ ਜਨਮਾਂ ਦਾ ਪਾਪੀ ਜੀਵਨ ਅੰਦਰ ਬਣਿਆ ਹੈ ਤੇ ਹਜ਼ੂਰ ਕਹਿੰਦੇ ਨੇ ਹੁਣ ਲੋੜ ਜਿੰਨਾ ਕੱਪੜਾ ਮੈਲਾ ਜ਼ਿਆਦਾ ਹੁੰਦਾ ਉਸ ਤੇ ਓਨੀ ਮਿਹਨਤ ਧੋਣ ਵਾਸਤੇ, ਸਾਫ਼ ਕਰਨ ਵਾਸਤੇ ਜ਼ਿਆਦਾ ਹੀ ਦੇਣੀ ਪੈਂਦੀ ਹੈ। ਮੈਂ ਇਹ ਵੀ ਦੇਖਿਆ, ਡਰਾਈ ਕਲੀਨ ਵਾਲੇ ਕੋਲ ਇੱਕ ਲਾਲਾ ਜੀ ਜਾਂਦੇ ਨੇ, ਕਹਿੰਦੇ ਨੇ ਮੇਰਾ ਸੂਟ ਧੋ ਦਿਓ। ਕਹਿੰਦਾ ਠੀਕ ਹੈ, ਕਦੋਂ ਦੇ ਦਿਓਗੇ? ਕਹਿੰਦਾ ਕੱਲ੍ਹ ਲੈ ਜਾਇਓ। ਇਤਨੇ ਨੂੰ ਇੱਕ ਜ਼ਿਮੀਂਦਾਰ ਆਇਆ ਜਿਹੜਾ ਬਹੁਤ ਕੱਪੜਾ ਮੈਲਾ, ਬੜਾ ਹੀ ਗੰਦਾ, ਪਤਾ ਨਹੀਂ ਥੰਦਾ ਵੀ ਬੜਾ ਲੱਗਾ ਹੋਇਆ, ਉਹ ਵੀ ਸੂਟ ਦਿੰਦਾ, ਕਹਿੰਦਾ ਧੋ ਦਿਓ। ਕਦੋਂ ਦਿਓਗੇ? ਕਹਿੰਦਾ 5 ਦਿਨ ਬਾਅਦ। ਕਹਿੰਦਾ ਹੱਦ ਹੋ ਗਈ, ਉਸ ਨੂੰ ਕਿਹਾ ਕੱਲ੍ਹ ਲੈ ਜਾਓ। ਮੈਨੂੰ 5 ਦਿਨ, ਕਹਿੰਦਾ ਉਹਦੀ ਮੈਲ ਥੋੜ੍ਹੀ ਜਿਹੀ ਲੱਗੀ ਹੈ, ਜਰਾ ਕੁ ਮਸ਼ੀਨ 'ਚ ਘੁਮਾਉਣਾ, ਪ੍ਰੈਸ ਕਰਕੇ ਕੱਲ੍ਹ ਦੇ ਦੇਣਾ। ਤੇਰੇ ਕੱਪੜੇ ਨੂੰ ਮੈਂ ਅੱਗ ਉੱਤੇ ਰੱਖ ਕੇ ਉਬਾਲਾਂਗਾ, ਸੋਡਾ ਸੱਜੀ ਪਾਵਾਂਗਾ, ਮੈਨੂੰ ਲੱਗਦਾ ਪਹਿਲੀ ਵਾਰੀ ਮੈਲ ਉਤਰਨੀ ਨਹੀਂ, ਫਿਰ ਹੋਰ ਇਸ ਨੂੰ ਉਬਾਲਾਂਗਾ। ਬਸ ਇਹ ਸੱਚ ਹੈ, ਜਿਹੜੇ ਕੱਪੜੇ ਬਹੁਤੇ ਮੈਲੇ ਨੇ ਉਹਨਾਂ ਲਈ ਸਤਿਗੁਰੂ ਕੀ ਕਹਿੰਦੇ ਨੇ, ਹਰ ਹਰ ਜਪਨ ਜਪੋ ਦਿਨ ਰਾਤੀ, ਮੈਂ ਦਿਨ ਰਾਤ ਉਸ ਨੂੰ ਭੁਲਾਵਾਂ ਨਾ, ਉਠਤ ਬੈਠਤ ਸੋਵਤ ਨਾਮ। ਕੀ ਭਲਾ ਕੰਮਕਾਰ ਕਰਦਿਆਂ ਵਾਹਿਗੁਰੂ ਨਹੀਂ ਕਹਿ ਸਕਦੇਗੇ? ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਨਹੀਂ ਕਹਿੰਦੇ ਵੀ ਤੂੰ ਬਹਿ ਜਾ ਚੌਂਕੜਾ ਮਾਰ ਕੇ ਦੁਨੀਆ ਦੇ ਕੰਮ ਛੱਡ ਕੇ ਜਪੀ ਜਾ। ਉਹ ਕਹਿੰਦੇ ਨੇ ਨਹੀਂ ਭਲਿਆ, ਜੇ ਤੂੰ ਕੰਮਕਾਰ ਕਰਦਿਆਂ ਚੇਤੇ ਵਿੱਚ ਰੱਖੇ, ਉਸ ਦੇ ਪਿਆਰ ਵਿੱਚ ਰਹੇ, ਉਸ ਦੇ ਭਉ ਵਿੱਚ ਰਹੇ, ਤੇ ਫਿਰ ਤੇਰਾ ਹਿਰਦਾ ਵੀ ਬੋਲ ਸਕਦਾ, ਤੇਰੀ ਰਸਨਾ ਵੀ ਬੋਲ ਸਕਦੀ ਹੈ। ਬਸ ਹਰ ਹਰ ਜਪਨ ਜਪੋ ਦਿਨ ਰਾਤੀ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹੋਮੈ ਮਾਰੀ। ਜਿੱਥੇ ਪਹਿਲੀ ਪੰਕਤੀ ਵਿੱਚ ਆਖਿਆ ਵੀ ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਔਰ ਧਾਰੀ, ਉਹਨੂੰ ਔਰ ਧਾਰ ਲਿਆ, ਹਿਰਦੇ ਵਿੱਚ ਟਿਕਾ ਲਿਆ। ਪਹਿਲਾਂ ਜਪਿਆ, ਰਸਨਾ ਨਾਲ ਜਪਿਆ, ਹੁਣ ਦਿਲ ਵਿੱਚ ਬੈਠ ਗਿਆ। ਹੁਣ ਅੰਦਰੋਂ ਹੀ ਦਿਲ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਵੱਲ ਧਿਆਨ ਲੈ ਜਾਂਦਾ। ਇਹ ਗੱਲ ਸੱਚ ਹੈ, ਜਿਹੜੀ ਗੱਲ ਦਿਲ ਵਿੱਚ ਬੈਠ ਜਾਏ ਉਸ ਨੂੰ ਜ਼ੁਬਾਨ 'ਤੇ ਲਿਆਂਦੇ ਤੋਂ ਬਗੈਰ ਹੀ ਦਿਲ ਉਸ ਦੀ ਚਿਤਵਨਾ ਕਰਦਾ ਰਹਿੰਦਾ। ਅਤੇ ਜਦੋਂ ਵਾਹਿਗੁਰੂ ਜੀ ਹਿਰਦੇ ਵਿੱਚ ਟਿਕ ਗਏ, ਹੁਣ ਕੀ ਹੋਇਆ? ਹੁਣ ਅੰਦਰੋਂ ਵਾਹਿਗੁਰੂ ਦੀ ਚੇਤਨਾ ਹਰ ਵੇਲੇ ਬਣੀ। ਹਰ 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 ਔਖਦ ਜਗ ਪੂਰਾ। ਧਿਆਨ ਦਿਓ ਜਰਾ, ਨਾਮ ਹੈ ਔਖਦ, ਔਸ਼ਧੀ, ਦਵਾਈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰੂ ਕਹਿੰਦੇ ਨੇ
ਇਹ ਇੱਕ ਪੂਰੀ ਔਸ਼ਧੀ ਹੈ। ਜਗ ਪੂਰਾ, ਇੱਕ ਗੱਲ ਧਿਆਨ 'ਚ ਰੱਖ ਲਿਓ, ਬਾਹਰ ਦੀ ਔਸ਼ਧੀ ਖਾਧੀ 6 ਘੰਟੇ ਅਸਰ ਕੀਤਾ, ਅਸਰ ਚਲਾ ਗਿਆ। ਨਾਮ ਦੀ ਔਸ਼ਧੀ ਖਾਧੀ, ਜ਼ਿੰਦਗੀ ਭਰ ਅਸਰ ਰਿਹਾ, ਅਸਰ ਗਿਆ ਨਹੀਂ। ਔਰ ਐਸਾ ਨਾਮ ਸਿਮਰਨ ਇੱਕ ਦਵਾਈ ਹੈ, ਇਸ ਦਾ ਸਾਈਡ ਇਫੈਕਟ ਨਹੀਂ। ਧਿਆਨ 'ਚ ਰੱਖਿਓ, ਇਹ ਦਵਾਈ ਇਹ ਨਹੀਂ ਵੀ ਮੁਵਾਫਕ ਆਵੇਗੀ ਕਿ ਨਹੀਂ ਆਏਗੀ। ਬਾਹਰ ਦੀਆਂ ਐਸੀਆਂ ਦਵਾਈਆਂ ਹੈ, ਮੈਂ ਬੇਨਤੀ ਕਰਾਂ, ਰੋਗ ਇੱਕ ਹੁੰਦਾ ਤੇ ਦਵਾਈਆਂ ਸੈਂਕੜੇ। ਇਹ ਨਹੀਂ ਮੁਵਾਫਕ ਆਈ, ਡਾਕਟਰ ਬਦਲ ਦਿੱਤੀ, ਹੁਣ ਇਹ ਖਾ। ਉਹ ਨਹੀਂ ਮੁਵਾਫਕ ਆਈ, ਡਾਕਟਰ ਬਦਲ ਦਿੱਤੀ, ਹੁਣ ਇਹ ਖਾ। ਧਿਆਨ 'ਚ ਰੱਖਿਓ, ਰੋਗ ਇੱਕ ਹੈ, ਔਸ਼ਧੀਆਂ ਅਨੇਕ ਨੇ, ਪਰ ਇੱਥੇ ਰੋਗ ਅਨੇਕ ਨੇ, ਔਸ਼ਧੀ ਇੱਕ ਹੈ। ਸਰਬ ਰੋਗ ਕਾ ਔਖਦ ਨਾਮ। ਫਿਰ ਇਹ ਨਹੀਂ ਹੈ ਵੀ ਇਹ ਔਸ਼ਧੀ ਬਦਲਣੀ ਪਏਗੀ, ਹੁਣ ਨਾਮ ਛੱਡ ਕੇ ਕੁਛ ਹੋਰ ਕਰਨਾ ਪਏਗਾ। ਨਹੀਂ, ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉਮੈ ਮਾਰੀ, ਜਪਦਾ ਜਾ ਹਉਮੈ ਮਰਦੀ ਜਾਏਗੀ। ਇਹ ਸੱਚ ਹੈ। ਮੈਂ ਇੱਕ ਬੇਨਤੀ ਕਰ ਲੱਗਾ, ਜੇ ਨਾਮ ਸੱਚਮੁੱਚ ਜਪਿਆ ਜਾਏ, ਇੰਜ ਲੱਗਦਾ ਸੂਰਜ ਨਿਕਲ ਆਇਆ, ਅੰਧੇਰਾ ਦੂਰ ਹੋ ਗਿਆ। ਤੇ ਜੇ ਅਜੇ ਵੀ ਅੰਧੇਰਾ, ਹਉਮੈ ਅਜੇ ਵੀ ਬੋਲਦੀ ਹੈ, ਸਮਝ ਲੈਣਾ ਅਜੇ ਨਾਮ ਦਾ ਦੀਪਕ ਨਹੀਂ ਜਗਿਆ, ਨਾਮ ਦਾ ਸੂਰਜ ਨਹੀਂ ਚੜਿਆ। ਮੈਂ ਇੱਕ ਬੇਨਤੀ ਕਰ ਲੱਗਾ, ਧਿਆਨ ਦਿਓ, ਜਦੋਂ ਨਾਮ ਜਪੇ ਨਾਲ ਹਉਮੈ ਹਉਮੈ ਵੀ ਕਰੇ, ਤੇ ਹਜ਼ੂਰ ਕਹਿੰਦੇ ਨੇ ਹਉਮੈ ਨਾਵੇ ਨਾਲ ਵਿਰੋਧ ਹੈ। ਵਿਰੋਧ ਜਿਵੇਂ ਤਮ ਤੇ ਅੰਧੇਰੇ ਦਾ ਵਿਰੋਧ ਹੈ। ਜਿੱਥੇ ਤਮ ਹੈ ਅੰਧੇਰਾ ਹੈ, ਜਿਵੇਂ ਤਮ ਤੇ ਪ੍ਰਕਾਸ਼ ਦਾ ਵਿਰੋਧ ਹੈ। ਖਿਮਾ ਕਰਨਾ, ਜਿਵੇਂ ਸੂਰਜ ਦਾ ਤੇ ਅੰਧੇਰੇ ਦਾ ਵਿਰੋਧ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ, ਭਲਾ ਹੋਵੇ ਦਿਨ ਹੋਵੇ, ਤੁਸੀਂ ਬਾਰੀਆਂ ਦਰਵਾਜ਼ੇ ਭਾਵੇਂ ਬੰਦ ਵੀ ਕੀਤੇ ਹੋਣ, ਤਾਂ ਵੀ ਸੂਰਜ ਦੀ ਥੋੜ੍ਹੀ ਥੋੜ੍ਹੀ ਲਾਈਟ ਪ੍ਰਕਾਸ਼ ਅੰਦਰ ਆ ਜਾਂਦਾ, ਤੇ ਦਰਵਾਜ਼ਾ ਖੋਲ੍ਹ ਦਿਓ। ਭਲਾ ਅੰਦਰ ਜੇ ਕਮਰਾ ਪੂਰਾ ਬੰਦ ਸੀ ਤੇ ਪੂਰਾ ਅੰਦਰ ਅੰਧੇਰਾ ਕੀਤਾ ਹੋਇਆ ਸੀ, ਤੇ ਅੰਧੇਰਾ ਇਹ ਨਹੀਂ ਕਹਿ ਸਕਦਾ ਵੀ ਮੇਰਾ ਕਬਜ਼ਾ ਹੈ, ਵੀ ਰੌਸ਼ਨੀ ਨੂੰ ਅੰਦਰ ਨਾ ਆਉਣ ਦੇਵਾਂ। ਪਰ ਸੱਚ ਇਹ ਹੈ ਵੀ ਜੇ ਸੂਰਜ ਨਹੀਂ, ਪ੍ਰਕਾਸ਼ ਨਹੀਂ, ਤੇ ਉਸ ਸਮੇਂ ਅੰਧੇਰਾ ਜਾਏਗਾ ਨਹੀਂ। ਜੇ ਰੌਸ਼ਨੀ ਆ ਗਈ ਤੇ ਅੰਧੇਰਾ ਰਹੇਗਾ ਨਹੀਂ। ਭਾਵੇਂ 5000 ਸਾਲ ਪੁਰਾਣਾ ਕੋਈ ਖੰਡਰ, ਕੋਈ ਇਹੋ ਜਿਹਾ ਥਾਂ ਹੋਵੇ ਜਿੱਥੇ ਰੌਸ਼ਨੀ ਅੱਜ ਤੱਕ ਨਾ ਆਈ ਹੋਵੇ, ਤੇ ਉੱਥੇ ਰੌਸ਼ਨੀ ਦਾ ਪ੍ਰਬੰਧ ਕਰ ਦਿਓ, ਤੇ ਉਹ ਹੁਣ ਕਹਿ ਨਹੀਂ ਸਕਦਾ ਅੰਧੇਰਾ ਵੀ ਮੇਰਾ 5000 ਸਾਲ ਦਾ ਪੁਰਾਣਾ ਕਬਜ਼ਾ, ਮੈਂ ਨਹੀਂ ਜਾਣਾ। ਭਾਵੇਂ ਜਨਮਾਂ ਜਨਮਾਂ ਦੇ ਪਾਪਾਂ ਦਾ ਅੰਧੇਰਾ ਅੰਦਰ ਹੋਵੇ, ਪਰ ਨਾਮ ਦੀ ਮੈਂ ਬੇਨਤੀ ਕਰਾਂ ਬਖਸ਼ਿਸ਼ ਹੋ ਜਾਏ ਤੇ ਇਹ ਅੰਧੇਰਾ ਚਲਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹਉਮੈ ਦੇ ਅੰਧੇਰੇ ਨੂੰ ਮਾਰ, ਵਾਹਿਗੁਰੂ ਦੇ ਨਾਮ ਨੂੰ ਸਿਮਰਨ ਕੀਤਿਆਂ। ਹਰ ਹਰ ਅਗਮ ਆਗਾਦ ਬੋਧ, ਅਪਰੰਪਰ ਪੁਰਖ ਅਪਾਰੀ। ਨਾਮ ਵਾਹਿਗੁਰੂ ਜੀ ਅਗੰਮ ਨੇ, ਅਗਾਧ ਬੋਧ ਨੇ। ਉੱਥੋਂ ਤੱਕ ਅਸੀਂ ਸੁਰਤ ਮਤ, ਆਪਣੀ ਅੱਖ, ਆਪਣੇ ਹੱਥ, ਆਪਣੇ ਪੈਰ ਨਹੀਂ ਲਿਜਾ ਸਕਦੇ, ਚੂँਕਿ ਉਹ ਜਿਸ ਦਾ ਗਾਹ ਨਹੀਂ ਪਾਇਆ ਜਾ ਸਕਦਾ, ਜੋ ਅਪਰੰਪਰ ਪਰੇ ਤੋਂ ਪਰੇ, ਉਹ ਅਕਾਲ ਪੁਰਖ ਜੋ ਅਪਾਰ ਹੈ ਜੀ। ਜਨ ਕੋ ਕਿਰਪਾ ਕਰਹੁ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਜਨ ਕੋ ਕਿਰਪਾ ਕਰੋ, ਇਸ ਸੇਵਕ ਤੇ ਕਿਰਪਾ ਕਰ ਦਿਓ, ਅਸੀਸ ਦੇ ਦਿਓ, ਆਪ ਦੀ ਕਿਰਪਾ ਹੋ ਜਾਏ, ਮੇਰੀ ਇੱਜ਼ਤ ਸਵਰ ਜਾਂਦੀ ਹੈ। ਜਨ ਨਾਨਕ ਪੈਜ ਸਵਾਰੀ, ਇੱਕ ਇੱਜ਼ਤ ਹੈ ਜੋ ਦੁਨੀਆ 'ਚੋਂ ਮਿਲਦੀ ਹੈ, ਧਨ ਕਰਕੇ ਮਿਲਦੀ ਹੈ, ਅਹੁਦੇ ਕਰਕੇ ਮਿਲਦੀ ਹੈ। ਉਹ ਇੱਜ਼ਤ ਆਈ ਵੀ ਤੇ ਚਲੀ ਵੀ ਗਈ, ਪਰ ਇੱਕ ਇੱਜ਼ਤ ਹੈ ਜੋ ਆਪ ਜੀ ਨੇ ਮੇਰੀ ਪੈਜ ਸਵਾਰ ਦਿੱਤੀ, ਮੇਰੀ ਸੋਹਣੀ ਜ਼ਿੰਦਗੀ ਬਣਾ ਦਿੱਤੀ। ਉਹ ਇੱਜ਼ਤ ਫਿਰ ਹੁਣ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਕਾਇਮ ਰਹਿੰਦੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜਨ ਕੋ, ਇਸ ਜਨ ਨੂੰ, ਇਸ ਸੇਵਕ ਨੂੰ, ਇਸ ਦਾਸਰੇ ਨੂੰ, ਇਸ ਸ਼ਰਨ ਆਏ ਨੂੰ ਆਪ ਕਿਰਪਾ ਕਰ ਦਿਓ। ਮੈਂ ਬੇਨਤੀ ਕਰਾਂ, ਜਿਸ ਦਿਨ ਸਾਹਿਬ ਦੀ ਕਿਰਪਾ ਹੋ ਜਾਏ, ਉਸ ਦੀ ਕਿਰਪਾ ਨਾਲ
ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਉਥੇ ਕਨੇਰੇ ਸੁਖ ਵੀ ਆ ਗਏ। ਉਸ ਦੀ ਕਿਰਪਾ ਦੇ ਨਾਲ ਰੇ ਰੇ ਦਰਗਹਿ ਕਹਿ ਨਾ ਕੋ, आओ बैठ आदर शुभ देव। इस वास्ते जन को कृपा करो जग जीवन, जन नानक पैज सवारी। चौथा जामा धन गुरु नानक पातशाह जी का गुरु रामदास स्वरूप विच मुखों निमरता नाल अरदास करते ने ते साथों कराउंदे ने भी मालिक कृपा कर दिओ, इस जन की पैज सवर जाए, इज्जत सोहनी बन जाए, लजपत रख लेना। वो मालिक रहमत करनगे। जो गुरु चरना विच रोज आवन, संगत करन ते शब्द दी संगत नाल धन गुर शब्द की बख्शिश प्राप्त करके अपना लोक परलोक सुहेला करन जी। सतगुरु जी के चरणों में अरदास है, मालिक रहमत करियो। इस तरह अपने सेवकां दी पैज रख लेना। जन की पैज सवारी आप, अपने जन की वो पैज आप सवार देंदे ने। ये साहब की बख्शिश बन आवे जी। इन्हां अखरां नाल मैं धन गुरु ग्रंथ साहिब महाराज, धन गुरु रामदास महाराज जी के दर दा कोटान कोट धन्नवाद करदे हां। आप सारियां संगतां दा हार्दिक तौर ते तह दिलों जी आया कहंदे हां, धन्नवाद करदे हां। भाई साहब भाई गुरसेवक सिंह जी ने सतगुरु की असीस लैके पावन शब्द का उचारण करते हैं। कथा करवाउण विच जो बख्शिश दाते दे दर दी कन्ना विच पाई, तिन्हां दा भी तह दिलों बहुत बहुत धन्नवाद। कल दी एक हाज़री होर भर के आप संगतां नाल शब्द विचार की सांझ करदा रह सकां। गुर संगत दी ते गुरु की असीस मिलती रहे जी। अज दियां होइयां भुल्लां दी खिमा करियो। आओ शब्द दियां अखीरलियां दो तुकां फिर सुन के अपना जीवन गुर शब्द नाल जोड़ी रखिए जी। हर हर आगम आगाद बोध, अपरंपर पुरख अपारी। जन को कृपा करहु जग जीवन, जन नानक पैज सवारी। वाहिगुरु जी का खालसा, वाहिगुरु जी की फतेह।